ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਿਰਿਆਤਮਕ ਗਰੁੱਪ ਫੰਕਸ਼ਨਲ ਗਰੁੱਪ ਦੇ ਬਾਰੇ ਪੜਾਂਗੇ ਕਿ ਉਹ ਕਿਸ ਤਰ੍ਹਾਂ ਕਾਰਬਨ ਯੌਗਿਕਾਂ ਦੇ ਗੁਣ ਬਦਲ ਦਿੰਦੇ ਹਨ। ਕੀ ਤੁਸੀਂ ਮੇਰੇ ਮਿੱਤਰ ਬਣੋਗੇ? ਕਾਰਬਨ ਬਹੁਤ ਮਿੱਤਰਤਾਪੂਰਨ ਤੱਤਵ ਹੈ। ਕਾਰਬਨ ਦੂਜੇ ਹੋਰ ਤੱਤਾਂ ਜਿਵੇਂ ਕਿ ਹੈਲੋਜਨ, ਆਕਸੀਜਨ, ਨਾਈਟ੍ਰੋਜਨ ਅਤੇ ਸਲਫਰ ਦੇ ਨਾਲ ਵੀ ਬੰਧਨ ਬਣਾਉਂਦੀ ਹੈ। ਹਾਈਡਰੋਕਾਰਬਨ ਲੜੀ ਵਿੱਚ ਇਹ ਤੱਤ ਇੱਕ ਜਾਂ ਵੱਧ ਹਾਈਡਰੋਜਨਾਂ ਨੂੰ ਇਸ ਪ੍ਰਕਾਰ ਵਿਸਥਾਪਿਤ ਕਰਦੇ ਹਨ ਕਿ ਕਾਰਬਨ ਦੀ ਸੰਯੋਗਤਾ ਪੂਰੀ ਰਹਿੰਦੀ ਹੈ। ਅਜਿਹੇ ਯੌਗਿਕਾਂ ਵਿੱਚ ਹਾਈਡਰੋਜਨ ਨੂੰ ਵਿਸਥਾਪਿਤ ਕਰਨ ਵਾਲੇ ਤੱਤਵਾਂ ਨੂੰ ਵਿਖਮ ਪਰਮਾਣੂ ਕਿਹਾ ਜਾਂਦਾ ਹੈ। ਇਹ ਵਿਖਮ ਪਰਮਾਣੂ ਕੁਝ ਵਿਸ਼ੇਸ਼ ਤਰ੍ਹਾਂ ਜੁੜੇ ਸਮੂਹਾਂ ਵਿੱਚ ਮੌਜੂਦ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਕਲੋਰੀਨ, ਬ੍ਰੋਮੀਨ, ਆਕਸੀਜਨ, ਜਿਵੇਂ ਕਿ ਤੁਸੀਂ ਇਹਨਾਂ ਨੂੰ ਚਿੱਤਰ ਦੇ ਵਿੱਚ ਦੇਖ ਸਕਦੇ ਹੋ। ਇਹ ਵਿਖਮ ਪਰਮਾਣੂ ਅਤੇ ਇਹਨਾਂ ਦੇ ਸਮੂਹ ਜਿਨ੍ਹਾਂ ਯੌਗਿਕਾਂ ਵਿੱਚ ਉਪਸਥਿਤ ਹੁੰਦੇ ਹਨ ਉਹਨਾਂ ਨੂੰ ਵਿਸ਼ੇਸ਼ ਗੁਣ ਪ੍ਰਦਾਨ ਕਰਦੇ ਹਨ। ਇਹ ਗੁਣ ਕਾਰਬਨ ਲੜੀ ਦੀ ਲੰਬਾਈ ਅਤੇ ਪ੍ਰਕਿਰਤੀ 'ਤੇ ਨਿਰਭਰ ਨਹੀਂ ਹੁੰਦੇ, ਜਿਸ ਦੇ ਫਲਸਰੂਪ ਇਹ ਕਿਰਿਆਤਮਕ ਸਮੂਹ ਜਾਂ ਫੰਕਸ਼ਨਲ ਗਰੁੱਪ ਕਹਾਉਂਦੇ ਹਨ। ਹਾਈਡਰੋਜਨ ਦੇ ਇੱਕ ਜਾਂ ਵੱਧ ਪਰਮਾਣੂਆਂ ਨੂੰ ਵਿਸਥਾਪਿਤ ਕਰਕੇ ਇਹ ਸੰਯੋਗਤਾ ਦੁਆਰਾ ਕਿਰਿਆਤਮਕ ਸਮੂਹ ਕਾਰਬਨ ਲੜੀ ਨਾਲ ਜੁੜੇ ਰਹਿੰਦੇ ਹਨ। ਜਿਵੇਂ ਕਿ ਤੁਹਾਨੂੰ ਇਹਨਾਂ ਚਿੱਤਰਾਂ ਦੇ ਵਿੱਚ ਅਤੇ ਐਨੀਮੇਸ਼ਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਿਰਿਆਤਮਕ ਸਮੂਹ ਦਿਖਾਏ ਗਏ ਹਨ। ਜਿਵੇਂ ਕਿ ਸਭ ਤੋਂ ਪਹਿਲਾਂ ਹੈਲੋਜਨ, ਐਲਕੋਹਲ, ਅਲਡੀਹਾਈਡ, ਕੀਟੋਨ ਅਤੇ ਕਾਰਬੋਕਸਿਲਿਕ ਗਰੁੱਪ। ਜਿਵੇਂ ਕਿ ਤੁਹਾਨੂੰ ਇਹਦੇ ਵਿੱਚ ਇਹਨਾਂ ਦੇ ਡੋਟ ਸਟਰਕਚਰ ਵੀ ਦਿਖਾਏ ਗਏ ਹਨ, ਜਿਨ੍ਹਾਂ ਦੇ ਰਾਹੀਂ ਇਹ ਕਿਸੇ ਵੀ ਕਾਰਬਨ ਲੜੀ ਦੇ ਵਿੱਚ ਹਾਈਡਰੋਜਨ ਨੂੰ ਪ੍ਰਸਥਾਪਿਤ ਕਰਕੇ ਉਸ ਦੀ ਸੰਯੋਗਤਾ ਨੂੰ ਪੂਰੀ ਕਰ ਦਿੰਦੇ ਹਨ। ਆਓ ਹੁਣ ਅਸੀਂ ਸਮਝਾਤੀ ਲੜੀ ਦੇ ਬਾਰੇ ਪੜ੍ਹੀਏ। ਕਾਰਬਨ ਪਰਮਾਣੂਆਂ ਨੂੰ ਆਪੋ ਵਿੱਚ ਜੋੜ ਕੇ ਭਿੰਨ-ਭਿੰਨ ਲੰਬਾਈ ਦੀਆਂ ਲੜੀਆਂ ਬਣਾਈਆਂ ਜਾ ਸਕਦੀਆਂ ਹਨ। ਇਹ ਲੜੀਆਂ ਸ਼ਾਖਿਤ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਹਨਾਂ ਲੜੀਆਂ ਵਿੱਚ ਸਥਿਤ ਹਾਈਡਰੋਜਨ ਪਰਮਾਣੂਆਂ ਨੂੰ ਉਪਰੋਕਤ ਕਿਸੇ ਵੀ ਸਮੂਹ ਨਾਲ ਵਿਸਥਾਪਿਤ ਕੀਤਾ ਜਾ ਸਕਦਾ ਹੈ। ਕਿਰਿਆਤਮਕ ਸਮੂਹ ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ, ਐਲਕੋਹਲ, ਅਲਡੀਹਾਈਡ, ਕੀਟੋਨ, ਕਾਰਬੋਕਸਿਲਿਕ ਤੇਜ਼ਾਬ। ਕਿਰਿਆਤਮਕ ਸਮੂਹ ਜਿਵੇਂ ਕਿ ਐਲਕੋਹਲ ਦੀ ਮੌਜੂਦਗੀ ਕਾਰਨ ਕਾਰਬਨ ਯੌਗਿਕਾਂ ਦੇ ਗੁਣਾਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵੇਂ ਕਾਰਬਨ ਦੀ ਲੰਬਾਈ ਕੁਝ ਵੀ ਹੋਵੇ। ਜਿਵੇਂ ਕਿ ਤੁਸੀਂ ਚਿੱਤਰ ਅਤੇ ਐਨੀਮੇਸ਼ਨ ਦੀ ਸਹਾਇਤਾ ਨਾਲ ਦੇਖ ਰਹੇ ਹੋ। ਸਭ ਤੋਂ ਪਹਿਲਾਂ CH3OH, C2HO5, C3HOH ਅਤੇ C4H9OH ਦੇ ਗੁਣਾਂ ਦੇ ਵਿੱਚ ਸਮਾਨਤਾ ਹੈ। ਇਸ ਲਈ ਯੌਗਿਕਾਂ ਦੀ ਇਹ ਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕੋ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ, ਉਸ ਨੂੰ ਸਮਝਾਤੀ ਲੜੀ ਕਿਹਾ ਜਾਂਦਾ ਹੈ। ਜੇਕਰ ਅਸੀਂ ਉਪਰੋਕਤ ਯੌਗਿਕਾਂ ਦੇ ਸੂਤਰ ਨੂੰ ਕ੍ਰਮਵਾਰ ਧਿਆਨ ਨਾਲ ਦੇਖੀਏ ਤਾਂ ਅਸੀਂ ਦੇਖਾਂਗੇ ਕਿ CH4, C2H6 ਇਹਨਾਂ ਦੇ ਵਿੱਚ CH2 ਇਕਾਈ ਦਾ ਅੰਤਰ ਹੈ। ਇਸੇ ਤਰ੍ਹਾਂ C2H6 ਅਤੇ C3H9 ਇਹਨਾਂ ਵਿੱਚ ਵੀ CH2 ਇਕਾਈ ਦਾ ਅੰਤਰ ਹੈ। ਸਮਝਾਤੀ ਲੜੀ ਵਿੱਚ ਅਣਵੀ ਗੁਣ ਵੱਧਦਾ ਹੈ ਤਾਂ ਭੌਤਿਕ ਗੁਣ ਅਣਵੀ ਪੁੰਜ ਦੇ ਵਧਣ ਦੇ ਨਾਲ-ਨਾਲ ਪਿਘਲਾਊ ਦਰਜੇ ਅਤੇ ਉਬਾਲ ਦਰਜੇ ਵਿੱਚ ਵੀ ਵਾਧਾ ਹੁੰਦਾ ਹੈ। ਹੋਰ ਭੌਤਿਕ ਗੁਣ ਜਿਵੇਂ ਕਿ ਕਿਸੇ ਵਿਸ਼ੇਸ਼ ਘੋਲਕ ਵਿੱਚ ਘੁਲਣਸ਼ੀਲਤਾ ਵਿੱਚ ਵੀ ਤਰਕੀਬ ਦਿਖਾਈ ਦਿੰਦੀ ਹੈ। ਪਰੰਤੂ ਰਸਾਇਣਿਕ ਗੁਣ ਜਿਹੜੇ ਕਿਰਿਆਤਮਕ ਸਮੂਹ ਦੁਆਰਾ ਨਿਸ਼ਚਿਤ ਹੁੰਦੇ ਹਨ, ਸਮਝਾਤੀ ਲੜੀ ਵਿੱਚ ਇੱਕ ਸਮਾਨ ਰਹਿੰਦੇ ਹਨ। ਆਓ ਹੁਣ ਅਸੀਂ ਕਾਰਬਨ ਯੌਗਿਕਾਂ ਦਾ ਨਾਮਕਰਨ ਸਿੱਖੀਏ ਕਿ ਵੀ ਅਸੀਂ ਕਿਸ ਤਰ੍ਹਾਂ ਇਹਨਾਂ ਯੌਗਿਕਾਂ ਦਾ ਨਾਮਕਰਨ ਕਰ ਸਕਦੇ ਹਾਂ। ਕਿਸੇ ਸਮਝਾਤੀ ਲੜੀ ਵਿੱਚ ਯੌਗਿਕਾਂ ਦੇ ਨਾਮਾਂ ਦਾ ਆਧਾਰ ਮੂਲ ਕਾਰਬਨ ਦੀ ਲੜੀਆਂ ਉੱਪਰ ਆਧਾਰਿਤ ਹੁੰਦਾ ਹੈ, ਜਿਸ ਨੂੰ ਕਿਰਿਆਤਮਕ ਸਮੂਹ ਦੇ ਅਨੁਸਾਰ ਅਗੇਤਰ ਜਾਂ ਪਿਛੇਤਰ ਵਾਕੰਸ਼ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੋਵੇ। ਉਦਾਹਰਨ ਦੇ ਤੌਰ 'ਤੇ ਮਿਥੇਨੋਲ, ਇਥੇਨੋਲ, ਪ੍ਰੋਪੇਨੋਲ ਐਂਡ ਬਿਊਟੇਨੋਲ। ਹੇਠ ਦਿੱਤੀ ਵਿਧੀ ਦੁਆਰਾ ਕਿਸੇ ਵੀ ਕਾਰਬਨ ਯੌਗਿਕਾਂ ਦਾ ਨਾਮਕਰਨ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਯੌਗਿਕਾਂ ਵਿੱਚ ਕਾਰਬਨ ਪਰਮਾਣੂਆਂ ਦੀ ਸੰਖਿਆ ਪਤਾ ਕਰੋ। ਜੇਕਰ ਕਿਸੇ ਵੀ ਕਾਰਬਨ ਪਰਮਾਣੂਆਂ ਦੀ ਸੰਖਿਆ 3 ਹੋਏਗੀ ਤਾਂ ਉਸ ਯੌਗਿਕ ਦਾ ਨਾਮ ਪ੍ਰੋਪੇਨ ਹੋਵੇਗਾ। ਜੇਕਰ ਕਿਰਿਆਤਮਕ ਸਮੂਹ ਮੌਜੂਦ ਹੋਵੇਗਾ ਤਾਂ ਉਸ ਨੂੰ ਅਗੇਤਰ ਜਾਂ ਪਿਛੇਤਰ ਨਾਲ ਯੌਗਿਕਾਂ ਦੇ ਨਾਲ ਦਰਸਾਇਆ ਜਾਂਦਾ ਹੈ। ਜੇਕਰ ਕਿਰਿਆਤਮਕ ਸਮੂਹ ਦਾ ਨਾਂ ਪਿਛੇਤਰ ਦੇ ਆਧਾਰ 'ਤੇ ਦਿੱਤਾ ਜਾਣਾ ਹੋਵੇ ਤਾਂ ਕਾਰਬਨ ਲੜੀ ਦੇ ਅੰਗਰੇਜ਼ੀ ਨਾਂ ਦੀ ਈ ਹਟਾ ਕੇ ਉਸ ਵਿੱਚ ਢੁਕਵਾਂ ਪਿਛੇਤਰ ਸੰਬੋਧਿਤ ਕਰ ਲੈਂਦੇ ਹਾਂ। ਉਹ ਉਸ ਫੰਕਸ਼ਨਲ ਗਰੁੱਪ ਉੱਤੇ ਨਿਰਭਰ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਪ੍ਰੋਪੇਨ ਦੇ ਵਿੱਚ ਈ ਨੂੰ ਹਟਾ ਕੇ
+1 ਨੂੰ ਜੋੜ ਦਿੱਤਾ ਜਾਂਦਾ ਹੈ, ਜਿਸ ਕਰਕੇ ਇਹਦਾ ਨਾਮ ਬਣ ਜਾਂਦਾ ਹੈ ਪ੍ਰੋਪੇਨੋਨ। ਜੇਕਰ ਕਾਰਬਨ ਲੜੀ ਵਿੱਚ ਅਸੰਤ੍ਰਿਪਤ ਹੈ ਤਾਂ ਕਾਰਬਨ ਲੜੀ ਦਾ ਨਾਂ ਵਿੱਚ ਅੰਤਲੇ AN ਦੀ ਥਾਂ ਤੇ EN ਜਾਂ YN ਸੰਸਥਾਪਿਤ ਕਰ ਦਿੱਤਾ ਜਾਂਦਾ ਹੈ। ਦੋਹਰੇ ਬੰਧਨ ਵਾਲੀ ਕਾਰਬਨ ਲੜੀ ਨੂੰ ਪ੍ਰੋਪੀਨ ਆਖਿਆ ਜਾਂਦਾ ਹੈ। ਜੇਕਰ ਤੀਹਰਾ ਬੰਧਨ ਹੋਵੇ ਤਾਂ ਇਸ ਨੂੰ ਪ੍ਰੋਪਾਈਨ ਆਖਿਆ ਜਾਂਦਾ ਹੈ। ਆਓ ਹੁਣ ਅਸੀਂ ਦੇਖੀਏ ਕਿ ਵੱਖ-ਵੱਖ ਫੰਕਸ਼ਨਲ ਗਰੁੱਪ ਕਿਰਿਆਤਮਕ ਸਮੂਹ ਜਦੋਂ ਕਿਸੇ ਵੀ ਕਾਰਬਨ ਲੜੀ ਦੇ ਵਿੱਚ ਜੁੜਦੇ ਹਨ ਤਾਂ ਉਹ ਕਿਸ ਤਰ੍ਹਾਂ ਅਗੇਤਰ ਜਾਂ ਪਿਛੇਤਰ ਦੇ ਤੌਰ ਤੇ ਉਸ ਕਾਰਬਨ ਲੜੀ ਦੇ ਗੁਣਾਂ ਨੂੰ ਬਦਲ ਦਿੰਦੇ ਹਨ। ਜਿਵੇਂ ਕਿ ਤੁਹਾਨੂੰ ਚਿੱਤਰ ਦੇ ਵਿੱਚ ਅਤੇ ਐਨੀਮੇਸ਼ਨ ਦੀ ਸਹਾਇਤਾ ਨਾਲ ਵੱਖ-ਵੱਖ ਕਿਰਿਆਤਮਕ ਸਮੂਹ ਦਿਖਾਏ ਗਏ ਹਨ। ਆਓ ਹੁਣ ਅਸੀਂ ਯੌਗਿਕਾਂ ਦੀ ਰਚਨਾ ਦੇ ਰੇਖਾ ਚਿੱਤਰ ਨੂੰ ਸਮਝੀਏ। ਜਿਵੇਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਥੋਨਿਕ ਤੇਜ਼ਾਬ ਦਿਖਾਇਆ ਗਿਆ ਹੈ, ਜਿਸ ਦਾ ਰੇਖਾ ਚਿੱਤਰ ਤੁਹਾਨੂੰ ਸਾਹਮਣੇ ਦਿੱਤਾ ਗਿਆ ਹੈ, ਜਿਸ ਦੇ ਵਿੱਚ ਕਾਰਬਨ ਲੜੀ ਦੇ 2 ਕਾਰਬਨ ਐਟਮ ਹਨ ਅਤੇ ਇੱਕ ਕਿਰਿਆਤਮਕ ਸਮੂਹ ਨਾਲ ਜੁੜਿਆ ਹੋਇਆ ਹੈ ਜੋ ਕਿ ਕਾਰਬੋਕਸਿਲਿਕ ਗਰੁੱਪ ਹੈ। ਉਸ ਤੋਂ ਬਾਅਦ ਬ੍ਰੋਮੋ ਪੈਂਟੇਨ, ਇਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪੈਂਟੇਨ 5 ਕਾਰਬਨ ਲੜੀ ਵਾਲਾ ਯੌਗਿਕ ਹੈ, ਜਿਸ ਦੇ ਵਿੱਚ ਕਿਰਿਆਤਮਕ ਸਮੂਹ ਬ੍ਰੋਮੋ ਹੈ। ਟੇਨੋਨ ਜੋ ਕਿ 4 ਕਾਰਬਨ ਲੜੀ ਵਾਲਾ ਯੌਗਿਕ ਹੈ ਅਤੇ ਇਸ ਦੇ ਵਿੱਚ ਕਿਰਿਆਤਮਕ ਗਰੁੱਪ ਕੀਟੋਨ ਹੈ। ਉਸੇ ਤਰ੍ਹਾਂ ਹੈਕਸੇਨਲ, ਇਸ ਦੇ ਵਿੱਚ ਕਾਰਬਨ ਲੜੀ ਦੇ 6 ਕਾਰਬਨ ਮੌਜੂਦ ਹਨ ਅਤੇ ਇਸ ਦੇ ਵਿੱਚ ਕਿਰਿਆਤਮਕ ਸਮੂਹ ਐਲਡੀਹਾਈਡ ਗਰੁੱਪ ਹੈ। ਆਓ ਅਸੀਂ ਯੌਗਿਕਾਂ ਦਾ ਨਾਮਕਰਨ ਕਰੀਏ। ਇਸ ਚਿੱਤਰ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇੱਕ ਕਾਰਬਨ ਲੜੀ ਦਿਖਾਈ ਗਈ ਹੈ, ਜਿਸ ਦੇ ਵਿੱਚ 2 ਕਾਰਬਨ ਮੌਜੂਦ ਹਨ ਅਤੇ ਇੱਕ ਹੈਲੋਜਨ ਗਰੁੱਪ ਮੌਜੂਦ ਹੈ। ਇਸ ਕਰਕੇ ਇਸ ਯੌਗਿਕ ਦਾ ਨਾਮ ਹੋਵੇਗਾ ਬ੍ਰੋਮੋ ਮੀਥੇਨ। ਹੁਣ ਅਸੀਂ ਅਗਲੇ ਚਿੱਤਰ ਤੇ ਆਉਂਦੇ ਹਾਂ। ਇਸ ਵਿੱਚ ਇੱਕ ਕਾਰਬਨ ਮੌਜੂਦ ਹੈ ਅਤੇ ਇਸ ਦੇ ਨਾਲ ਕਿਰਿਆਤਮਕ ਸਮੂਹ ਐਲਡੀਹਾਈਡ ਗਰੁੱਪ ਹੈ, ਇਸ ਕਰਕੇ ਇਸ ਦਾ ਨਾਮ ਮਿਥੇਨਲ ਹੋਵੇਗਾ। ਹੁਣ ਅਸੀਂ ਲਾਸਟ ਤੇ ਆਉਂਦੇ ਹਾਂ, ਜਿਸ ਦੇ ਵਿੱਚ ਕਾਰਬਨ ਲੜੀ ਦੇ 6 ਕਾਰਬਨ ਮੌਜੂਦ ਹਨ ਅਤੇ ਅਸੰਤ੍ਰਿਪਤ ਕਾਰਬਨ ਵੀ ਮੌਜੂਦ ਹੈ, ਇਸ ਕਰਕੇ ਇਸ ਯੌਗਿਕ ਦਾ ਨਾਮ ਹੈਕਸਾਈਨ ਹੋਵੇਗਾ। ਥੈਂਕ ਯੂ ਫॉर ਵਾਚਿੰਗ। ਪਲੀਜ਼ ਸ਼ੇਅਰ, ਲਾਈਕ ਐਂਡ ਸਬਸਕ੍ਰਾਈਬ।